गुड मॉर्निंग बच्चों। आज असी पढ़ने जा रहे हैं क्लास 6 का चैप्टर नंबर 5 साइंस का, जो कि है सेपरेशन ऑफ सब्सटेंसेस। देखो क्या कह रहे हैं। सब तो पहले, इन आवर डेली लाइफ देयर आर मैनी इंस्टेंसेस व्हेन वी नोटिस अ सब्सटेंस being separated from a mixture of materials. Tea leaves are separated from the liquid with the strainer while preparing tea. Grains is separated from stalks while harvesting. Milk or curd is churned to separate the butter. As we learn the chapter 3, begin cotton to separate its seed from fiber. देखो ਕਹਿੰਦੇ ਅਸੀਂ ਆਮ ਆਪਣੀ ਜ਼ਿੰਦਗੀ 'ਚ ਕਈ ਸਾਰੇ ਸੈਪਰੇਸ਼ਨ ਦੇਖਦੇ ਹੈ ਹਰ ਚੀਜ਼ 'ਚ। ਫੋਰ ਐਗਜ਼ਾਮਪਲ ਅਸੀਂ ਸ਼ੁਰੂ ਤੋਂ ਸਵੇਰ ਤੋਂ ਦੇਖ ਲਈਏ ਤਾਂ ਚਾਹ ਸਭ ਦੇ ਘਰ ਬਣਦੀ ਹੈ ਨਾ। ਚਾਹ ਨੂੰ ਪੁਣਨ ਵਾਸਤੇ ਕਿਆ ਹੈ, ਚਾਹ ਪੂਣੀ ਦਾ ਇਸਤੇਮਾਲ ਕਰਦੇ, ਜਿਸ ਦੇ ਨਾਲ ਕਿ ਚਾਹ ਪੱਤੀ ਅਲੱਗ ਰਹਿ ਜਾਂਦੀ ਹੈ, ਜਿਵੇਂ ਇਸ ਫਿਗਰ 'ਚ ਦਿਖਾ ਰਹੇ ਅਤੇ ਚਾਹ ਸਾਨੂੰ ਜੱਗ 'ਚ ਮਿਲ ਜਾਂਦੀ ਹੈ, ਜਿਸ ਨੂੰ ਅਸੀਂ ਕੱਪ 'ਚ ਪਾ ਕੇ ਪੀ ਲੈਂਦੇ। ਇੱਦਾਂ ਹੀ ਅਸੀਂ ਦੇਖ ਲਈਏ ਖੇਤਾਂ 'ਚ ਵੀ ਜਦੋਂ ਕਟਾਈ ਹੋਣ ਤੋਂ ਬਾਅਦ ਕਿਆ ਹੈ, ਕਣਕ ਵਗੈਰਾ ਅਲੱਗ ਨਿਕਲ ਜਾਂਦੀ ਹੈ, ਡੰਡੇ ਔਰ ਤੂੜੀ ਦੀ ਫੋਮ 'ਚੋਂ ਅਲੱਗ ਨਿਕਲ ਜਾਂਦੇ ਹੈ ਨਾ। ਇੱਦਾਂ ਹੀ ਅਸੀਂ ਜਦੋਂ ਕਿਆ ਲੱਸੀ ਬਣਾਉਂਦੇ ਜਾਂ ਮੱਖਣ ਬਣਾਉਂਦੇ ਹੈ ਨਾ, ਉਸ 'ਚ ਕਿਆ ਹੈ ਅਸੀਂ ਚਰਨ ਕਰਕੇ ਉਸਨੂੰ ਮੱਖਣ ਅਲੱਗ ਕਰ ਲੈਂਦੇ ਅਤੇ ਲੱਸੀ ਅਲੱਗ ਰਹਿ ਜਾਂਦੀ ਹੈ। ਇੱਦਾਂ ਹੀ ਅਸੀਂ ਚੈਪਟਰ 3 'ਚ ਪੜ੍ਹਿਆ ਤਾਂ ਜਦੋਂ ਅਸੀਂ ਕਾਟਨ ਕੱਢਦੇ ਹਾਂ ਉਸ 'ਚ ਕਿਆ ਅਸੀਂ ਸੀਡ ਉਸਦੇ ਜਿਹੜੇ ਬੀਜ ਹੈ ਉਹ ਅਲੱਗ ਕੱਢ ਲੈਂਦੇ ਅਤੇ ਰੂ ਅਲੱਗ ਹੋ ਜਾਂਦੀ ਹੈ। ਠੀਕ ਹੈ ਨਾ। ਅੱਗੇ ਦੇਖੋ ਕੀ ਕਰੇ। ਕਹਿੰਦਾ perhaps the might have eaten salted dalia or poha. If you found that it had chilies in it, you may have carefully taken them out before eating. Suppose you are given a basket containing mangoes and guavas and asked to separate them. What would you do? Pick out one kind of, place them in a separate container, right? ਕਹਿੰਦਾ ਦੇਖੋ ਕਿਆ ਕਰੇ। ਕਹਿੰਦਾ ਇੱਦਾਂ ਹੀ ਕੋਈ ਅਗਰ ਘਰ 'ਚ ਦਲੀਆ ਬਣਿਆ ਜਾਂ ਪੋਹਾ ਬਣਿਆ, ਅਗਰ ਉਸ 'ਚ ਮਿਰਚੀ ਹੋ ਜਾਵੇ ਹੈ ਨਾ, ਜਿੱਦਾਂ ਘਰ ਅਸੀਂ ਖਾਣਾ ਬਣਾਉਂਦੇ ਕਈ ਵਾਰ ਮਿਰਚੀ ਕੱਟ ਕੇ ਰੱਖ ਦਿੰਦੇ ਤਾਂ ਕਿਆ ਉਸ 'ਚੋਂ ਕੋਈ ਬੱਚੇ ਕਿਆ ਮਿਰਚੀ ਅਲੱਗ ਕਰ ਦਿੰਦੇ ਅਤੇ ਬਾਕੀ ਦੀ ਚੀਜ਼ ਖਾ ਲੈਂਦੇ। ਇੱਦਾਂ ਹੀ ਕਹਿ ਰਹੇ ਅਗਰ ਅਸੀਂ ਕਿਸੇ ਬਾਸਕਿਟ ਦੇ ਵਿੱਚ ਲੈ ਲਈਏ, ਅਗਰ ਗਵਾਵਾ ਲੈ ਲਈਏ ਔਰ ਅੰਬ ਲੈ ਲਈਏ ਹੈ ਨਾ, ਅਮਰੂਦ ਔਰ ਅੰਬ ਪਾ ਲਏ ਦੋ ਬਾਸਕਿਟ 'ਚ, ਤਾਂ ਕਿਆ ਕਰੂੰਗੇ ਉਸਨੂੰ ਅਲੱਗ ਕਰਨਾ ਤਾਂ ਈਜ਼ੀਲੀ ਹੋ ਜੂੰਗੇ। ਤਾਂ ਇੱਕ ਹੋਰ ਬਰਤਨ ਲੈ ਕੇ ਉਸ 'ਚ ਅਸੀਂ ਕਿਆ ਅਮਰੂਦ ਅਲੱਗ ਕਰ ਦੂੰਗੇ ਔਰ ਅੰਬ ਅਲੱਗ ਰੱਖ ਦੂੰਗੇ। ਇਸ ਤਰ੍ਹਾਂ ਅਸੀਂ ਦੋ ਚੀਜ਼ਾਂ ਨੂੰ ਅਲੱਗ ਕਰ ਸਕਦੇ। ਕਹਿੰਦੇ ਸੀਮਸ ਈਜ਼ੀ ਬਟ ਵਟ ਇਫ ਮਟੀਰੀਅਲਸ ਵੀ ਵਾਂਟ ਟੂ ਸੈਪਰੇਟ ਆਰ ਮਚ ਸਮੋਲਰ। ਕਹਿੰਦੇ ਇਹ ਤਾਂ ਬਹੁਤ ਆਸਾਨ ਲੱਗ ਰਿਹਾ ਪਰ ਕਿਆ ਹੋਊਗਾ ਅਗਰ ਸਬਸਟਾਂਸ ਜੋ ਅਸੀਂ ਲਏ ਹੈ ਉਹ ਬਹੁਤ ਹੀ ਛੋਟੇ ਹੋਣ। ਕਹਿੰਦੇ ਦੈਨ ਮੈਂਗੋ ਐਂਡ ਗਵਾਵਾ ਜੋ ਅੰਬ ਔਰ ਅਮਰੂਦ ਹੈ ਇਹਦੇ ਨਾਲੋਂ। ਕਹਿੰਦੇ ਇਮੈਜਿਨ ਯੂ ਆਰ ਗਿਵਨ ਏ ਗਲਾਸ ਆਫ ਸੈਂਡ ਵਿਦ ਸਾਲਟ ਮਿਕਸਚਰ ਇਨ ਇਟ। ਇੰਪੋਸੀਬਲ even to think of separating salt from this mixture by picking out grains of sand by hand. ਕਹਿੰਦੇ ਇੱਦਾਂ ਹੀ ਅਗਰ ਕੋਈ ਐਗਜ਼ਾਮਪਲ ਦਿੱਤੀ ਜਾਏ ਤੁਹਾਨੂੰ, ਅਗਰ ਕਿਸੇ ਰੇਤੇ ਦੇ ਵਿੱਚ ਤੁਹਾਨੂੰ ਨਮਕ ਪਾ ਕੇ ਦਿੱਤਾ ਜਾਏ ਔਰ ਉਸਨੂੰ ਅਲੱਗ ਕਰਨ ਲਈ ਦਿੱਤਾ ਜਾਏ ਤਾਂ ਕਿਆ ਇਹ ਹੋ ਸਕਦਾ ਹੈ? ਕਹਿੰਦੇ ਬਹੁਤ ਈਜ਼ੀ, ਔਖਾ ਲੱਗ ਰਿਹਾ ਹੈ ਨਾ, ਸੁਣ ਕੇ ਅਜੀਬ ਲੱਗ ਰਿਹਾ, ਹੱਥਾਂ ਨਾਲ ਤਾਂ ਇਹ ਪੋਸੀਬਲ ਨਹੀਂ ਹੈ। ਦੇਖੋ ਪਹਿਲੀ ਐਗਰੀ ਬਟ ਵਾਈ ਵੁੱਡ ਵੀ ਨੀਡ ਟੂ ਸੈਪਰੇਟ ਸਬਸਟਾਂਸਿਸ ਲਾਈਕ ਦਿਸ ਐਟ ਆਲ ਇਜ਼ ਵਟ ਪਹੇਲੀ ਵਾਂਟਸ ਟੂ ਨੋ। ਪਰ ਪਹਿਲੀ ਜਾਣਨਾ ਚਾਹੁੰਦੀ ਹੈ ਸਾਨੂੰ ਇੱਦਾਂ ਦੇ ਸਬਸਟਾਂਸ ਨੂੰ ਅਲੱਗ ਕਰਨ ਦੀ ਲੋੜ ਹੀ ਕਿਆ ਪਈ। ਐਕਟੀਵਿਟੀ 1 ਦੇਖੂੰਗੇ। ਕਹਿੰਦੇ ਇਨ ਕਾਲਮ 1 ਦ ਟੇਬਲ 5.1 ਆਰ ਗਿਵਨ ਅ ਫਿਊ ਪ੍ਰੋਸੈਸਿਸ ਆਫ ਸੈਪਰੇਸ਼ਨ, ਦ ਪਰਪਸ ਆਫ ਸੈਪਰੇਸ਼ਨ ਐਂਡ ਦ ਵੇ ਸੈਪਰੇਟਿਡ component are used in mention in column 2 and 3 respectively. How the information given in column 2 and 3 is jumped up, can you match each? ਕਹਿੰਦੇ ਹੁਣ ਸਾਨੂੰ ਅੱਗੇ ਇਹਨਾਂ ਨੇ ਸੈਪਰੇਸ਼ਨ ਦਿੱਤੀ ਹੋਣੀ ਅਤੇ ਸਾਨੂੰ ਮੈਚ ਕਰਨਾ ਪੈਣਾ ਇਹਨਾਂ ਲਈ। ਆਹ ਦੇਖੋ ਟੇਬਲ 5.1 ਸੈਪਰੇਸ਼ਨ ਪ੍ਰੋਸੈਸਿਸ, ਇਹਨਾਂ 'ਚ ਸਭ ਤੋਂ ਪਹਿਲਾਂ ਸੈਪਰੇਸ਼ਨ ਦੀ ਪ੍ਰੋਸੈਸ ਦਿੱਤੀ ਹੈ ਔਰ ਪਰਪਸ ਕਿਉਂ ਸੈਪਰੇਟ ਕਰਨਾ ਚਾਹ ਰਹੇ ਅਤੇ ਵਟ ਡੂ ਵੀ ਵਿਦ ਦ ਸੈਪਰੇਟ ਕੰਪੋਨੈਂਟ। ਅਸੀਂ ਇਹਨਾਂ ਨਾਲ ਕਿਆ ਕਰੂੰਗੇ ਜੋ ਅਸੀਂ ਅਲੱਗ ਕੀਤੇ ਕੰਪੋਨੈਂਟ ਸੈਪਰੇਟ ਅਲੱਗ ਕੀਤੇ। ਸਭ ਤੋਂ ਪਹਿਲਾਂ ਦਿੱਤਾ ਸੈਪਰੇਟ ਸਟੋਨਸ ਫਰੋਮ ਰਾਈਸ, ਪੱਥਰ ਕੰਕਰ ਦਾ ਅਲੱਗ ਕਰਨਾ ਚਾਵਲਾਂ ਦੇ ਵਿੱਚੋਂ। ਕਿਉਂ ਕਰਦੇ? ਟੂ ਸੈਪਰੇਟ ਟੂ ਡਿਫਰੈਂਟ ਬਟ ਯੂਜ਼ਫੁਲ ਕੰਪੋਨੈਂਟ, ਟੂ ਰਿਮੂਵ ਨੋਨ ਯੂਜ਼ਫੁਲ ਕੰਪੋਨੈਂਟ, टू रिमूव इम्प्योरिटीज़ और हार्मफुल कंपोनेंट। देखो सैपरेट स्टोन फ्रॉम राइस, इसका क्या होगा हुण स्टोन क्या है नॉन यूजफुल है, उसनों अलग करने लिए करते असी, यानी फस्ट का भी आ जाऊँगा अगे। वी थ्रो अवे द सॉलिड कंपोनेंट, वी थ्रो अवे द इम्प्योरिटीज़, वी यूज़ बोथ ऑफ देम कंपोनेंट।
ਅਸੀਂ क्या करते हैं, इसनों थ्रो अवे कर देंगे सॉलिड कंपोनेंट जो पत्थर होंगे है ना, भी ਇਹਦਾ फस्ट आ गया। उस तो बाद चर्निंग मिल्क टू ऑबटेन बटर, हुण मिल्क नूं रेड़ना है ना, दुध नूं रेड़ के क्या बनाते असीं मक्खन कढ़ लैंदे। इस दे नाल क्या होंदा है, इस दे नाल क्या होंदा है, दो अलग अलग चीज़ां टू सैपरेट टू डिफरेंट बट यूजफुल कंपोनेंट, इस दा ए आ जाऊँगा सैकेंड दा ए। इस दे नाल क्या होंदा है, दो सानू अलग अलग चीज़ां मिल जांदी है जो कि यूजफुल है। लस्सी भी असीं पी लैंदे ते सानू मक्खन भी मिलता है ना, मक्खन भी खांदे। उस तो बाद इस दे नाल क्या होंदा है, वी थ्रो अवे द इंप्योरिटी वी यूज़ बोथ कंपोनेंट, असी दोनों कंपोनेंट का इस्तेमाल करते। थर्ड आ गया इसका, ये थर्ड आ गया। सैपरेट टी लीव्स, हूँ टी लीव्स की सैपरेट करना, टू सैपरेट टू रिमूव इंप्योरिटीज़ हार्मफुल कंपोनेंट, इंप्योरिटीज़ अलग कर दें। उस तो बाद वी थ्रो अवे द इंप्योरिटीज़, असी इन इंप्योरिटीज़ को अलग सुट दें है ना। अगे देखो क्या कह रहे हैं, द प्रोसैस विद इट्स परपज़ एंड द वे सैपरेटेड कंपोनेंट आर यूज्ड। कहते इस प्रोसैस कई चीज़ां अलग अलग करके उन्होंने असी यूज़ भी करते, कई बार सुट देंगे। वी सी दैट बिफोर वी यूज़ ए सबसटेंस वी नीड टू सैपरेट हार्मफुल और नॉन यूजफुल सबसटेंसेस दैट मे बी मिक्सड विद इट। समटाइम्स वी सैपरेट ईवन यूजफुल कंपोनेंट इफ वी नीड टू यूज़ दैम सैपरेटली। इस दे नाल क्या कहता, कई बार असीं इन्हां नूं सैपरेट करके जिहड़ी हार्मफुल चीज़ है और नॉन यूजफुल चीज़ है उसनूं तां अलग सुट दिंदे, और कई बार जिहड़ी दोनों यूजफुल चीज़ है जिद्दां दुध लस्सी और मक्खन निकले तो दोनों यूजफुल चीज़ थे उन्होंने यूज़ करते। आगे क्या कह रहे हैं, द सबसटेंस टू बी सैपरेटेड, द सबसटेंस टू बी सैपरेटेड मे बी पार्टिकल ऑफ डिफरेंट साइजेज और मटीरियल्स, दीज मे बी इन एनी थ्री स्टेट्स ऑफ मैटर दैट इज सॉलिड लिक्विड और गैस। सो हाउ डू वी सैपरेट सबसटेंसेस मिक्स टुगैदर इफ दे हैव सो मैनी डिफरेंट प्रॉपर्टीज़। कहते जो असी सबसटेंस सैपरेट किए उन्होंने साइज़ एक तो अलग अलग है, अलग अलग मटीरियल के अलग अलग साइज़ के है ना। कहते दे में भी थ्री स्टेट्स, मेन तीन स्टेट के होंगे, सॉलिड हो सकता है, लिक्विड हो सकता है, गैस हो सकता है ना। इस करके सो हाउ डू सैपरेट सबसटेंसेस, कहते इस तरह असी इन्हों किमें अलग अलग कर सकते, कई अलग अलग प्रॉपर्टीज़ के यूज़ ना। हूँ आ गया मैथड ऑफ सैपरेशन, इन्हों के मैथड्स सैपरेट अलग अलग करने के। कहते वी विल डिस्कस सम सिंपल मैथड्स ऑफ सैपरेटिंग सबसटेंसेस दैट आर मिक्सड टुगैदर। यू मे कम अक्रॉस सम ऑफ दीज मैथड्स बीइंग यूज्ड इन डे टू डे एक्टिविटीज़। कहते असी आम जिंदगी विच रोज़ाना इसका इस्तेमाल करते कई सारे मैथड का। इस दे विचों हेठ लिखे अनुसार है। सब तो पहला आ गया हैंड पिकिंग, हत्थां नाल सैपरेट करना, हत्थां नाल चुन के। एक्टिविटी देखो, एक्टिविटी 2 है, कहना ब्रिंग ए पैकेट ऑफ फूड ग्रेन्स परचेज फ्रॉम शॉप टू द क्लासरूम, नाउ स्प्रेड द ग्रेन्स ऑन ए शीट ऑफ पेपर, डू यू फाइंड ओनली वन काइंड ऑफ ग्रेन्स ऑन। कहते तुसीं ना अपने एक पैकेट खरीद के लाओ अलग अलग दाणियां दा है ना, कोई भी हो सकता, कणक का हो सकता, किसी भी चीज़ हो सकता, क्लासरूम च लेके आओ और उसनों अपनी शीट च बिखेर दो, पेपर च। क्या तुसीं देखोगे उस सिर्फ इक्को तरह के दाने हैं। In the sheet of paper are there pieces of stone, husks, broken grain and particles of any other grain in it. Now remove with your hands and the pieces of stones, husks and other grain from it. तुसी देखोगे उस कई सारे छोटे छोटे पत्थर के कण होंगे, छोटे छोटे तूड़ी के कण हो सकते, उसके छिलके हो सकते और कई सारे उसके टुटमें है ना दाने होंगे। इस इन्हों असी अलग कर दिए है ना, हत्थां नाल चुन के अलग कर सकते पत्थर है ना, तो उसकी जी तूड़ी होनी उसनों। कहते द मैथड ऑफ हैंड पिकिंग कैन बी यूज फॉर सैपरेटिंग स्लाइटली लार्जर साइज इम्प्योरिटीज़ लाइक द पीस ऑफ dirt, stone and husk from wheat, rice or pulses. The quantity of such impurity is usually not very large. In such situation we find that hand picking is convenient method of separating substances. कहते इस मैथड के विच हैंड पिकिंग च असीं इस्तेमाल करते हैं जिहड़े कि थोड़े जे ज़्यादा छोटे भी ना हो, थोड़े जे बड़े हों, जिद्दां है ना छोटा जिहा पत्थर हो गया, छोटे जे जिद्दां तूड़ी दे कण हो गए, इन्हां अलग करन लई अपने दाणियां चों, जिद्दां कणक चों, चावल चों, दालां चों, है ना। द क्वांटिटी ऑफ सच इंप्योरिटी इज यूजली नॉट वेरी लार्ज इन सच सिचुएशन। ये जिहड़ी क्वांटिटी हुंदी है कण हुंदे जिद्दां पत्थर दे कण, ये बहुत ही घट हुंदे, इस करके हत्थां नाल ईजीली हो जांदे सैपरेट। उस तो बाद आ गया थ्रैशिंग। थ्रैशिंग देखो, you must have seen bundles of wheat or paddy stacks lying in the fields.
After harvesting the crops, stalks are dried in the sun before the grains is separated from them. Each stalk has many grain seeds attached to it. Imagine the number of grain seeds in hundreds of bundles stalk lying in the field. How does the farmer separated grain seeds from these bundles of stalks? ਕਹਿੰਦਾ ਤੁਸੀਂ ਦੇਖਦੇ ਜਦੋਂ ਵੀ ਹਾਰਵੈਸਟਿੰਗ ਵਢਾਈ ਹੁੰਦੀ ਹੈ ਉਸ ਤੋਂ ਬਾਅਦ ਕਿਆ ਹੈ ਉਹਨਾਂ ਨੂੰ ਬੰਨਿਆਂ 'ਚ ਉਹਨਾਂ ਨੂੰ ਗੱਠਾਂ 'ਚ ਬੰਨ੍ਹ ਕੇ ਰੱਖ ਦਿੰਦਾ ਹੈ, ਜਿੱਦਾਂ ਕਣਕ ਦੇ ਬੰਨ ਬਣਾ ਕੇ ਰੱਖਦੇ ਹੈ ਨਾ, ਜਾਂ ਫਿਰ ਕਿਆ ਕਹਿੰਦੇ ਚਾਵਲਾਂ ਦੇ ਧਾਨ ਦੇ ਬੰਨ ਬਣਾ ਕੇ ਰੱਖਦੇ। ਉਸ ਬੀਜ ਕੱਢਣ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾਇਆ ਜਾਂਦਾ ਹੈ। ਫਿਰ ਉਹਨਾਂ ਨੂੰ ਅਸੀਂ ਇਕੱਲੇ ਇਕੱਲੇ ਕਿੱਦਾਂ ਕਰੂੰਗੇ, ਉਹ ਤਾਂ 100 200 ਕਈ ਸਾਰੇ ਬੰਨ ਹੁੰਦੇ ਹਨ, ਉਸਨੂੰ ਉਨ ਬੀਜਾਂ ਨੂੰ ਅਲੱਗ ਕਿੱਦਾਂ ਕੀਤਾ ਜਾਂਦਾ ਉਸ ਬੰਨਾਂ ਤੋਂ। ਕਹਿੰਦੇ one may pluck mangoes or guavas from trees, but grain seeds are much smaller than mangoes or guavas. So plucking them from their stalks would be impossible. How does one separate grain seeds from the stalks? ਕਹਿੰਦੇ ਤੁਸੀਂ ਦੇਖਿਆ ਜਿਹੜੇ ਮੈਂਗੋਜ਼ ਔਰ ਗੁਆਵਾ ਲੱਗਦੇ ਆ ਟਰੀਜ਼ 'ਚ, ਉਹਨਾਂ ਨੂੰ ਤਾਂ ਅਸੀਂ ਹੱਥਾਂ ਨਾਲ ਤੋੜ ਕੇ ਰੱਖ ਦਿੰਦੇ ਹੈ ਨਾ, ਉਹ ਤਾਂ ਈਜ਼ੀਲੀ ਅਲੱਗ ਕਰ ਦਿੰਦੇ। ਪਰ ਜਿਹੜੇ ਇਹ ਸੀਡ ਹੈ ਇਹਨਾਂ ਨੂੰ ਅਲੱਗ ਕਰਨਾ ਬਹੁਤ ਹੀ ਮੁਸ਼ਕਿਲ ਹੈ, ਕਿਉਂਕਿ ਬਹੁਤ ਸਾਰੇ ਹੁੰਦੇ ਔਰ ਛੋਟੇ ਛੋਟੇ ਹੁੰਦੇ ਆ। ਕਹਿੰਦੇ ਦ ਪ੍ਰੋਸੈਸ ਦੈਟ ਇਜ਼ ਯੂਜ਼ ਟੂ ਸੈਪਰੇਟ ਗ੍ਰੇਨਸ ਫਰੋਮ ਸਟਾਕਸ ਇਜ਼ ਥ੍ਰੈਸ਼ਿੰਗ। ਕਿਆ ਕਹਿੰਦੇ ਇਸ ਨੂੰ? ਥ੍ਰੈਸ਼ਿੰਗ। ਇਸ ਪ੍ਰੋਸੈਸ ਨੂੰ ਜਿਸ ਦੇ ਵਿੱਚ ਕਿਆ ਹੈ ਦਾਣੇ ਅਲੱਗ ਕੀਤੇ ਜਾਂਦੇ ਉਹਨਾਂ ਦੇ ਬੰਨਾਂ 'ਚੋਂ, ਗੱਠਾਂ 'ਚੋਂ, ਇਸ ਨੂੰ ਕਿਆ ਕਹਿੰਦੇ ਆ? ਥ੍ਰੈਸ਼ਿੰਗ। ਕਿਆ ਕਹਿੰਦੇ ਆ? ਥ੍ਰੈਸ਼ਿੰਗ। ਇਨ ਦਿਸ ਪ੍ਰੋਸੈਸ ਦ ਸਟਾਕਸ ਆਰ ਬੀਟਨ ਟੂ ਫਰੀ ਦ ਗ੍ਰੇਨ ਸੀਡਸ। ਇਸ 'ਚ ਕਿਆ ਕੀਤਾ ਜਾਂਦਾ ਹੈ? ਜਿਹੜੇ ਇਸ ਨੇ ਗੱਠਾ ਬਣਾਈ ਹੁੰਦੀ ਹੈ ਛੋਟੀ ਛੋਟੀ, ਆ ਦੇਖੋ, ਇਸ ਨੂੰ ਕਿਆ ਹੈ ਕਿਸੇ ਪੱਥਰ ਪਰ, ਹਾਰਡ ਸਬਸਟਾਂਸ ਪਰ ਪਟਕਿਆ ਜਾਂਦਾ ਹੈ। ਉਸ ਦੇ ਨਾਲ ਕਿ ਦਾਣੇ ਅਲੱਗ ਅਲੱਗ ਛੱਟ ਜਾਂਦੇ ਹੈ ਔਰ ਸਾਡੇ ਕੋਲ ਆ ਜਿਹੜੀ ਗੱਠ ਹੈ ਇਹ ਅਲੱਗ ਰਹਿ ਜਾਂਦੀ ਹੈ। ਇਸ ਦੇ ਨਾਲ ਸਾਨੂੰ ਦਾਣੇ ਮਿਲ ਜਾਂਦੇ, ਚਾਹੇ ਧਾਨ ਦੇ ਹੋਵੇ ਚਾਹੇ ਕਣਕ ਦੇ ਹੋਵੇ, ਹੈ ਨਾ। ਕਹਿੰਦੇ ਸਮਟਾਈਮ ਥ੍ਰੈਸ਼ਿੰਗ ਇਜ਼ ਡਨ ਵਿਦ ਦ ਹੈਲਪ ਆਫ ਬੁਲਕਸ ਮਸ਼ੀਨਸ ਆਰ ਆਲਸੋ ਯੂਜ਼ਡ ਥ੍ਰੈਸ਼ ਲਾਰਜ ਕੁਆਂਟੀਟੀਜ਼ ਆਫ ਗ੍ਰੇਨ। ਕਹਿੰਦੇ ਕਈ ਵਾਰ ਜਿਹੜੇ ਇਹ ਹੈ ਥ੍ਰੈਸ਼ਿੰਗ ਕਰਨ ਲਈ ਸਾਨੂੰ ਬੁਲੌਕਸ ਦਾ ਇਸਤੇਮਾਲ ਕਰਨਾ ਪੈਂਦਾ, ਬਲੌਕਸ ਲੈਣੇ ਪੈਂਦੇ। ਕਈ ਵਾਰ ਮਸ਼ੀਨਾਂ ਦਾ ਇਸਤੇਮਾਲ ਕਰਨਾ ਪੈਂਦਾ, ਜਿੱਦਾਂ ਅੱਜ ਕੱਲ੍ਹ ਆਉਂਦੀ ਹੈ ਨਾ ਥ੍ਰੈਸ਼ਿੰਗ ਦੀ ਮਸ਼ੀਨ, ਠੀਕ ਹੈ। ਨੈਕਸਟ ਹੈ ਵਿਨੋਇੰਗ। ਵਿਨੋਇੰਗ ਦੇਖੋ ਕਿਆ ਕਰਨਾ ਹੈ। ਵਿਨੋਇੰਗ ਅਸੀਂ ਨੈਕਸਟ ਚੈਪਟਰ 'ਚ ਪੜ੍ਹਾਂਗੇ, ਅਗਲੇ ਪਾਰਟ 'ਚ ਪੜ੍ਹਾਂਗੇ ਵਿਨੋਇੰਗ।